ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟੀਚਰ। ਅਗਰ ਤੁਹਾਨੂੰ ਇਹ ਵੀਡੀਓ ਹੈਲਪਫੁਲ ਹੋਊਗੀ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੀਏ ਤਾਂ ਜੋ ਉਹ ਵੀ ਇਹਦਾ ਬੈਨੀਫਿਟ ਲੈ ਸਕਣ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਫੁੱਲ ਇੰਪਲੋਇਮੈਂਟ। ਫੁੱਲ ਇੰਪਲੋਇਮੈਂਟ ਕੀ ਹੁੰਦੀ ਆ? ਇਹਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਹੈਗਾ ਬੇਰੁਜ਼ਗਾਰ ਨਹੀਂ ਹੁੰਦਾਗਾ, ਠੀਕ ਹੈ ਜੀ। ਪਰ ਜਿਹੜਾ ਇਕਨੋਮੀਜ਼ ਦੇ ਵਿੱਚ ਪੂਰਨ ਰੁਜ਼ਗਾਰ ਦਾ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਗਾ, ਉਹਦੇ ਲਈ ਅਰਥ ਸ਼ਾਸਤਰੀ ਕੀ ਪਰਿਭਾਸ਼ਾ ਦਿੰਦੇ ਨੇ? ਕਹਿੰਦੇ ਨੇ ਕਿ ਇੱਕ ਅਜਿਹੀ ਹਾਲਤ ਜਿਹਦੇ ਵਿੱਚ ਉਹ ਸਾਰੇ ਵਿਅਕਤੀ ਜਿਨ੍ਹਾਂ ਨੂੰ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਜੋ ਵੀ ਮਾਰਕੀਟ ਦੇ ਵਿੱਚ ਵੇਜ ਰੇਟ ਪ੍ਰਚਲਿਤ ਹੈ ਯਾਨੀ ਮੌਜੂਦ ਆ ਉਹਦੇ ਉੱਤੇ ਕੰਮ ਕਰਨ ਲਈ ਤਿਆਰ ਹਨ ਅਤੇ ਬਿਨਾਂ ਕਿਸੇ ਮੁਸ਼ਕਿਲ ਦੇ ਕੰਮ ਪ੍ਰਾਪਤ ਕਰ ਲੈਂਦੇ ਨੇ, ਤਾਂ ਉਹਨਾਂ ਨੂੰ ਆਪਾਂ ਕਹਾਂਗੇ ਫੁੱਲ ਇੰਪਲੋਇਮੈਂਟ, ਠੀਕ ਹੈ ਜੀ। ਅੱਗੇ ਫੁੱਲ ਇੰਪਲੋਇਮੈਂਟ ਦੀ ਜਿਹੜੀ ਹੈਗੀ ਪ੍ਰੋਫੈਸਰ ਲਰਨਰ ਨੇ ਪਰਿਭਾਸ਼ਾ ਦਿੱਤੀ ਹੈ ਕਿ ਪੂਰਨ ਰੁਜ਼ਗਾਰ ਉਹ ਹਾਲਤ ਹੈ ਜਿਸ ਵਿੱਚੋਂ ਸਾਰੇ ਲੋਕ ਜੋ ਮਜ਼ਦੂਰੀ ਦੀ ਵਰਤਮਾਨ ਦਰਾਂ ਤੇ ਕੰਮ ਕਰਨ ਦੇ ਇੱਛੁਕ ਹੋਣ ਅਤੇ ਉਹਨਾਂ ਨੂੰ ਬਿਨਾਂ ਕਿਸੇ ਔਂਕੜ ਜਾਂ ਮੁਸੀਬਤ ਦੇ ਕੰਮ ਮਿਲ ਜਾਵੇ, ਠੀਕ ਹੈ ਜੀ। ਮਤਲਬ ਜੋ ਵੇਜ ਰੇਟ ਪ੍ਰਚਲਿਤ ਹੈ ਉਹਦੇ ਤੇ ਕੰਮ ਕਰਨਾ ਚਾਹੁੰਦੇ ਨੇ ਔਰ ਉਹਨਾਂ ਨੂੰ ਕੰਮ ਮਿਲ ਜਾਂਦਾਗਾ, ਠੀਕ ਹੈ ਜੀ, ਉਹ ਹੁੰਦਾਗਾ। ਪ੍ਰੋਫੈਸਰ ਲਰਨਰ ਕਹਿੰਦੇ ਨੇ ਕਿ ਉਹਨਾਂ ਨੂੰ ਬਿਨਾਂ ਕਿਸੇ ਮੁਸੀਬਤ ਦੇ ਕੰਮ ਮਿਲ ਜਾਵੇ, ਵੇਜ ਰੇਟ ਜੋ ਅਵੇਲੇਬਲ ਆ ਮਾਰਕੀਟ ਦੇ ਵਿੱਚ। ਔਰ ਜਿਹੜੇ ਪ੍ਰੋਫੈਸਰ ਹੈਂਸਨ ਨੇ ਉਹ ਕਹਿੰਦੇ ਨੇ ਕਿ ਇਹਦੇ ਵਿੱਚ ਨਾ ਅਨਿੱਛਕ ਬੇਰੁਜ਼ਗਾਰੀ ਨਹੀਂ ਪਾਈ ਜਾਂਦੀ, ਠੀਕ ਹੈ ਜੀ। ਹੁਣ ਅਨਿੱਛਕ ਬੇਰੁਜ਼ਗਾਰੀ ਹੁੰਦੀ ਕੀ ਆ? ਇਹਦੇ ਵਿੱਚ ਕੀ ਹੁੰਦਾਗਾ ਕਿ ਜਿਹੜੇ ਮਜ਼ਦੂਰ ਨੇ ਉਹ ਵਰਤਮਾਨ ਦਰ ਤੇ ਕੰਮ ਕਰਨ ਲਈ ਤਿਆਰ ਨੇ ਪਰ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ। ਜਦੋਂ ਕੋਈ ਪੁੱਛ ਲੇ ਵਾਟ ਇਜ਼ ਇਨਵਲੰਟਰੀ ਅਨਇੰਪਲੋਇਮੈਂਟ ਤਾਂ ਆਪਾਂ ਕਹਾਂਗੇ ਵੇਜ ਰੇਟ ਜਿਹੜੀ ਮਾਰਕੀਟ ਦੇ ਵਿੱਚ ਅਵੇਲੇਬਲ ਆ ਯਾਨੀ ਵਰਤਮਾਨ ਦਰ ਤੇ ਕੰਮ ਕਰਨ ਲਈ ਤਿਆਰ ਤਾਂ ਹੈਗੇ ਨੇ ਪਰ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਠੀਕ ਹੈ ਜੀ। ਅਣਇੱਛਕ, ਹੁਣ ਇਹਦਾ ਨਾਮ ਦੇਖੋ ਐਂ ਰੱਖਿਆ ਗਿਆ ਅਣਇੱਛਕ ਬੇਰੁਜ਼ਗਾਰੀ। ਆਪਣੀ ਇੱਛਾ ਦੇ ਅਨੁਸਾਰ ਬੇਰੁਜ਼ਗਾਰ ਨਹੀਂ ਹੈਗੇ। ਇੱਛਾ ਅਣ ਮਤਲਬ ਨਾ, ਆਪਣੀ ਇੱਛਾ ਦੇ ਮੁਤਾਬਿਕ ਉਹ ਬੇਰੁਜ਼ਗਾਰ ਨਹੀਂ ਹੈਗੇ, ਉਹ ਕੰਮ ਕਰਨਾ ਚਾਹੁੰਦੇ ਨੇ ਬਟ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਠੀਕ ਹੈ ਜੀ। ਹੁਣ ਜਿਹੜੇ ਪਹਿਲਾਂ ਦੇ ਪਰੰਪਰਾਵਾਦੀ ਅਰਥ ਸ਼ਾਸਤਰੀ ਸੀਗੇ ਉਹ ਕਹਿੰਦੇ ਨੇ ਕਿ ਇਹ ਸੰਭਵ ਨਹੀਂ ਹੋ ਸਕਦਾ ਕਿ ਇਹਦੇ ਵਿੱਚ ਅਣਇੱਛਕ ਬੇਰੁਜ਼ਗਾਰੀ ਨਹੀਂ ਪਾਈ ਜਾਵੇ ਤਾਂ ਉਹ ਪੂਰਨ ਰੁਜ਼ਗਾਰ ਹੋਊਗਾ। ਉਹ ਇਹ ਮੰਨਦੇ ਨੇ ਕਿ ਜੇਕਰ ਅਰਥ ਵਿਵਸਥਾ ਵਿੱਚ ਇਨਵੋਲੰਟਰੀ ਅਨਇੰਪਲੋਇਮੈਂਟ ਆ ਜਾਂਦੀ ਹੈ ਜਾਂ ਹੋਰ ਵੀ ਕਿਸੇ ਵੀ ਪ੍ਰਕਾਰ ਦੀ ਅਨਇੰਪਲੋਇਮੈਂਟ ਆ ਜਾਂਦੀ ਹੈ ਤਾਂ ਵੀ ਅਜਿਹੀ ਹਾਲਤ ਵਿੱਚ ਪੂਰਨ ਰੁਜ਼ਗਾਰ ਯਾਨੀ ਕਿ ਉਹ ਸਾਰੀ ਸਥਿਤੀ ਨੂੰ ਹੀ ਪੂਰਨ ਰੁਜ਼ਗਾਰ ਦੀ ਸਥਿਤੀ ਮੰਨਦੇ ਸੀ ਪਹਿਲਾਂ ਦੇ ਅਰਥ ਸ਼ਾਸਤਰੀ, ਠੀਕ ਹੈ ਜੀ। ਹੁਣ ਜਿਵੇਂ ਕਿ ਪਹਿਲਾਂ ਆਪਾਂ ਨੇ ਪੜ੍ਹਿਆ ਸੀਗਾ ਕਿ ਫੁੱਲ ਇੰਪਲੋਇਮੈਂਟ ਦੇ ਵਿੱਚ ਕਈ ਪ੍ਰਕਾਰ ਦੀ ਬੇਰੁਜ਼ਗਾਰੀ ਅਨਇੰਪਲੋਇਮੈਂਟ ਪਾਈ ਜਾਂਦੀ ਹੈ। ਉਹਦੀ ਜਿਹੜੀ ਡੈਫੀਨੇਸ਼ਨ ਆ ਉਹ ਸਿੱਖ ਲੈ, ਕਿਹੜੀ ਮਤਲਬ ਪਾਈ ਜਾਂਦੀ, ਕਿਹੜੇ ਟਾਈਪਸ ਦੀ ਬੇਰੁਜ਼ਗਾਰੀ ਆਪਾਂ ਫੁੱਲ ਇੰਪਲੋਇਮੈਂਟ ਦੇ ਵਿੱਚ ਦੇਖਦੇ ਹੁੰਦੇ ਆ, ਠੀਕ ਹੈ ਜੀ, ਉਹ ਪੜਾਂਗੇ ਆਪਾਂ। ਸਭ ਤੋਂ ਪਹਿਲਾਂ ਆਉਂਦਾਗਾ ਵੋਲੰਟਰੀ ਅਨਇੰਪਲੋਇਮੈਂਟ। ਵੋਲੰਟਰੀ ਮਤਲਬ ਇੱਛਕ ਬੇਰੁਜ਼ਗਾਰੀ। ਜਦ ਆਪਾਂ ਕਹਿੰਦੇ ਆ ਫੁੱਲ ਇੰਪਲੋਇਮੈਂਟ ਤਾਂ ਫੁੱਲ ਇੰਪਲੋਇਮੈਂਟ ਦੇ ਵਿੱਚ ਇਹ ਵਾਲੀ ਬੇਰੁਜ਼ਗਾਰੀ ਮੌਜੂਦ ਹੋਵੇਗੀ, ਠੀਕ ਹੈ। ਇੱਛਕ ਮਤਲਬ ਆਪਣੀ ਇੱਛਾ ਦੇ ਅਨੁਸਾਰ, ਇੱਛਾ ਹੈਗੀ ਆ ਬੇਰੁਜ਼ਗਾਰ ਹੋਣ ਦੀ, ਠੀਕ ਹੈ ਜੀ, ਤਾਂ ਨਾਮ ਰੱਖਿਆ ਗਿਆ। ਦੇਖੋ ਕੀ ਹੈ ਇਹਦੀ ਡੈਫੀਨੇਸ਼ਨ। ਜਦੋਂ ਕਿਰਤੀ ਮਜ਼ਦੂਰ ਦੀ ਵਰਤਮਾਨ ਦਰ ਤੇ ਕੰਮ ਕਰਨ ਲਈ ਤਿਆਰ ਨਾ ਹੋਣ ਯਾਨੀ ਕਿ ਜੋ ਮਾਰਕੀਟ ਦੇ ਵਿੱਚ ਵੇਜ ਰੇਟ ਹੈਗੀ ਆ ਉਹਦੇ ਤੇ ਕੰਮ ਕਰਨ ਲਈ ਤਿਆਰ ਨਹੀਂ ਹੈਗੇ ਜਾਂ ਕੰਮ ਹੋਣ ਦੇ ਬਾਵਜੂਦ ਵੀ ਉਹ ਕੰਮ ਆਪਣੀ ਇੱਛਾ ਦੇ ਅਨੁਸਾਰ ਨਹੀਂ ਕਰਨਾ ਚਾਹੁੰਦੇ ਤਾਂ ਆਪਾਂ ਕਹਾਂਗੇ ਕਿ ਇਹ ਕਿਹੜੀ ਬੇਰੁਜ਼ਗਾਰੀ ਹੋਵੇਗੀ? ਇੱਛਕ ਬੇਰੁਜ਼ਗਾਰੀ। ਇਹ ਕੁਐਸਚਨ ਤੁਹਾਨੂੰ ਐਵੇਂ ਆ ਸਕਦਾਗਾ ਕਿ ਫੁੱਲ ਇੰਪਲੋਇਮੈਂਟ ਦੇ ਵਿੱਚ ਕਿਹੜੀਆਂ ਟਾਈਪਸ ਦੀ ਬੇਰੁਜ਼ਗਾਰੀ ਪਾਈ ਜਾਂਦੀ ਹੈ ਜਾਂ ਫਿਰ ਇਕੱਲਾ ਐਂ ਵੀ ਛੋਟਾ ਕੁਐਸਚਨ ਪੁੱਛ ਸਕਦੇ ਨੇ ਵਾਟ ਇਜ਼ ਵੋਲੰਟਰੀ ਅਨਇੰਪਲੋਇਮੈਂਟ, ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹਦੇ ਵਿੱਚ ਜਿਹੜਾ ਮਜ਼ਦੂਰ ਆ ਉਹ ਆਪਣੀ ਇੱਛਾ ਦੇ ਅਨੁਸਾਰ ਬੇਰੁਜ਼ਗਾਰ ਰਹਿਣਾ ਚਾਹੁੰਦਾ ਯਾਨੀ ਕਿ ਉਹਨੂੰ ਕੰਮ ਮਿਲ ਰਿਹਾ ਪਰ ਉਹ ਕੰਮ ਨਹੀਂ ਕਰਨਾ ਚਾਹੁੰਦਾ, ਠੀਕ ਹੈ ਜੀ। ਅਗਲਾ ਕਿਹੜਾ ਹੈ? ਫ੍ਰਿਕਸ਼ਨਲ ਅਨਇੰਪਲੋਇਮੈਂਟ, ਸੰਘਰਸ਼ਾਤਮਕ ਬੇਰੁਜ਼ਗਾਰੀ। ਇਹ ਬੇਰੁਜ਼ਗਾਰੀ ਕੱਚੇ ਮਾਲ ਦੀ ਘਾਟ। ਇਹਦੇ ਵਿੱਚ ਇਹ ਵਾਲੀ ਬੇਰੁਜ਼ਗਾਰੀ ਦੇ ਵਿੱਚ ਕੀ ਹੁੰਦਾਗਾ? ਇਹ ਵਾਲੀ ਬੇਰੁਜ਼ਗਾਰੀ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹ ਹੋ ਜਾਂਦੇ ਨੇ। ਕਿਉਂ ਹੋ ਜਾਂਦੇ ਨੇ? ਜਦੋਂ ਉਹਨਾਂ ਨੂੰ ਕੱਚਾ ਮਾਲ ਕੀ ਹੁੰਦਾਗਾ? ਜਿਹਦੇ ਦੁਆਰਾ ਨਾ ਹੋਰ ਚੀਜ਼ ਬਣਾਈ ਯਾਨੀ ਕਿ ਉਹਨੂੰ ਉਦਯੋਗ ਦੇ ਵਿੱਚ ਯੂਜ਼ ਕਰਕੇ ਹੋਰ ਉਸ ਤੋਂ ਕਈ ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਜਿਵੇਂ ਗੰਨਾ ਹੋ ਗਿਆ, ਕਪਾਹ ਹੋ ਗਿਆ, ਠੀਕ ਹੈ ਜੀ। ਇਹ ਕੱਚੇ ਮਾਲ ਨੇ ਜਾਂ ਹੋਰ ਵੀ ਕਈ ਪ੍ਰਕਾਰ ਦੇ ਕੱਚੇ ਮਾਲ ਨੇ, ਠੀਕ ਹੈ। ਇਹਨਾਂ ਦੀ ਕਮੀ ਹੋ ਜਾਵੇ ਜਾਂ ਮਜ਼ਦੂਰਾਂ ਦੀ ਗਤੀਹੀਣਤਾ। ਮਜ਼ਦੂਰਾਂ ਦੀ ਗਤੀਹੀਣਤਾ ਕੀ ਹੁੰਦੀ ਆ? ਇਹਦੇ ਵਿੱਚ ਜੇ ਕੋਈ ਮਜ਼ਦੂਰ ਲੇਜ਼ੀ ਹੁੰਦੇ ਨੇ ਉਹ ਕੀ ਕਰਦੇ ਹੁੰਦੇ ਨੇ, ਕਹਿੰਦੇ ਨੇ ਯਾਰ ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਨਾ ਕਿਸੇ ਹੋਰ ਥਾਂ ਤੇ ਜਾ ਕੇ ਕੰਮ ਨਹੀਂ ਕਰਨਾ ਚਾਹੁੰਦਾ, ਤਾਂ ਉਹ ਕਹਿੰਦੇ ਨੇ ਕਿ ਯਾਰ ਕੰਮ ਇੱਥੇ ਨੇੜੇ ਤੇੜੇ ਮਿਲ ਜਾਵੇ। ਹੁਣ ਜ਼ਰੂਰੀ ਨਹੀਂ ਹੈਗਾ ਤੁਹਾਨੂੰ ਕੰਮ ਨੇੜੇ ਤੇੜੇ ਮਿਲ ਜਾਵੇ, ਤੁਹਾਨੂੰ ਕੰਮ ਮਿਲ ਸਕਦਾ, ਦੂਰ ਮਿਲ ਸਕਦਾ, ਪਰ ਤੁਸੀਂ ਦੂਰ ਜਾਣ ਲਈ ਤਿਆਰ ਨਹੀਂ ਹੋਵੋਗੇ। ਗਤੀਹੀਣਤਾ ਯਾਨੀ ਕਿ ਤੁਸੀਂ ਕਿਤੇ ਹੋਰ ਜਾ ਕੇ ਕੰਮ ਕਰਨ ਲਈ ਤਿਆਰ ਨਹੀਂ ਹੋ, ਆਪਣੇ ਪਰਿਵਾਰ ਨੂੰ ਨਹੀਂ ਛੱਡਣਾ ਚਾਹੁੰਦੇ, ਠੀਕ ਹੈ। ਔਰ ਵਿਸ਼ੇਸ਼ ਕਿਸਮਾਂ ਦੇ ਰੁਜ਼ਗਾਰ ਸੰਬੰਧੀ ਮੌਕਿਆਂ ਦੀ ਘਾਟ ਹੋਣ ਦੇ ਕਾਰਨ। ਹੁਣ ਹੋਰ ਵੀ ਇਹਦੇ ਵਿੱਚ ਕੀ ਹੋਊਗਾ? ਫ੍ਰਿਕਸ਼ਨਲ ਅਨਇੰਪਲੋਇਮੈਂਟ ਦੇ ਵਿੱਚ ਤੁਸੀਂ ਐਂ ਉਮੀਦ ਕਰਦੇ ਹੋ ਕਿ ਮੈਂ ਤਾਂ ਪੜ੍ਹਿਆ ਲਿਖਿਆ ਆਇਆ, ਗ੍ਰੈਜੂਏਸ਼ਨ ਕੀਤੀ ਹੋਈ ਆ, ਮੈਨੂੰ ਤਾਂ
ਵੀ ਕੋਈ ਐਸਾ ਨੌਕਰੀ ਮਿਲ ਜਾਵੇ ਜਿਹਦੇ ਵਿੱਚ ਮੇਰੇ ਕੱਪੜੇ ਕੁੱਪੜੇ ਗੰਦੇ ਨਾ ਹੋਣ, ਮਤਲਬ ਐਨ ਪੜ੍ਹੇ ਲਿਖੇ ਦਾ ਕੰਮ ਮਿਲ ਜਾਵੇ, ਪਰ ਤੁਹਾਨੂੰ ਉਹ ਮਿਲ ਨਹੀਂ ਰਿਹਾ, ਪਰ ਤੁਹਾਨੂੰ ਕੋਈ ਹੋਰ ਕੰਮ ਮਿਲ ਰਿਹਾ ਪਰ ਤੁਸੀਂ ਉਹ ਕਰਨਾ ਨਹੀਂ ਚਾਹੁੰਦੇ। ਠੀਕ ਹੈ ਜੀ, ਇਹ ਵਾਲੇ ਮੌਕੇ ਦੀ ਤਲਾਸ਼ ਕਰ ਰਹੇ ਹੋ ਕਿ ਕੋਈ ਵਧੀਆ ਨੌਕਰੀ ਮਿਲੇ। ਠੀਕ ਹੈ, ਉਹਦੀ ਤਲਾਸ਼ ਦੇ ਵਿੱਚ ਤੁਸੀਂ ਵਿਹਲੇ ਬੈਠੇ ਹੋ। ਠੀਕ ਹੈ ਜੀ, ਜਾਂ ਮਸ਼ੀਨਾਂ ਦੀ ਟੁੱਟ ਭੱਜ, ਜਾਂ ਕਈ ਵਾਰ ਕੀ ਹੁੰਦੀ ਆ ਉਦਯੋਗਾਂ ਦੇ ਵਿੱਚ ਦੇਖਿਆ ਹੋਊਗਾ ਮਸ਼ੀਨ ਖਰਾਬ ਹੋ ਜਾਂਦੀ ਹੈ ਤਾਂ ਉਹ ਉਨੇ ਦੇਰ ਤੱਕ ਜਦ ਤੱਕ ਰਿਪੇਅਰਿੰਗ ਦਾ ਖਰਚਾ ਮਤਲਬ ਓਨਰ ਨਹੀਂ ਕਰਦਾ ਹੁੰਦਾ, ਜਾਂ ਫੈਕਟਰੀ ਬੰਦ ਹੋ ਜਾਂਦੀ ਹੈ ਕਈ ਵਾਰ। ਠੀਕ ਹੈ, ਕਈ ਥੋੜ੍ਹੇ ਦਿਨਾਂ ਲਈ ਮਾਲ ਨਹੀਂ ਵਿਕਦਾ ਹੁੰਦਾ ਗਾ, ਤਾਂ ਉਹ ਉਨੇ ਸਮੇਂ ਦੇ ਲਈ ਜਿਹੜੇ ਮਜ਼ਦੂਰ ਨੇ ਉਹ ਕੀ ਹੋ ਜਾਂਦੇ ਨੇ, ਬੇਰੁਜ਼ਗਾਰ ਹੋ ਜਾਂਦੇ ਨੇ। ਤਾਂ ਸੰਘਰਸ਼ਾਤਮਕ ਫ੍ਰਿਕਸ਼ਨਲ ਅਨਇੰਪਲੋਇਮੈਂਟ ਦੇ ਵਿੱਚ ਕੀ ਹੁੰਦੀ ਆ, ਇਹਦੇ ਵਿੱਚ ਬੇਰੁਜ਼ਗਾਰੀ ਕਿਉਂ ਪਾਈ ਜਾਂਦੀ ਆ, ਜਾਂ ਤਾਂ ਕੱਚੇ ਮਾਲ ਦੀ ਕਮੀ ਹੋ ਜਾਂਦੀ ਆ, ਜਾਂ ਮਜ਼ਦੂਰਾਂ ਦੀ ਗੜਤੀਹੀਣਤਾ, ਵਿਸ਼ੇਸ਼ ਕਿਸਮਾਂ ਦੇ ਰੁਜ਼ਗਾਰ ਸੰਬੰਧੀ ਮੌਕਿਆਂ ਦੀ ਤਲਾਸ਼ ਕਰਦੇ ਹਾਂ ਆਪਾਂ, ਜਾਂ ਮਸ਼ੀਨਾਂ ਦੀ ਟੁੱਟ ਭੱਜ ਜਾਂ ਫੈਕਟਰੀ ਬੰਦ ਹੋ ਜਾਂਦੀ ਹੈ, ਤਦ ਆਪਾਂ ਇਸ ਹਾਲਤ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਪਾਈ ਜਾਂਦੀ ਹੈ ਉਸ ਪ੍ਰਕਾਰ ਦੀ ਬੇਰੁਜ਼ਗਾਰੀ ਨੂੰ ਆਪਾਂ ਕਹਾਂਗੇ ਫ੍ਰਿਕਸ਼ਨਲ। ਠੀਕ ਹੈ ਜੀ, ਨੈਕਸਟ ਕੀ ਆ, ਨੈਕਸਟ ਹੈਗੀ ਆ ਮੌਸਮੀ ਬੇਰੁਜ਼ਗਾਰੀ ਯਾਨੀ ਸੀਜ਼ਨਲ ਅਨਇੰਪਲੋਇਮੈਂਟ। ਇਹ ਜਿਹੜੀ ਅਨਇੰਪਲੋਇਮੈਂਟ ਜਿਹੜੀ ਹੈਗੀ ਹੈ ਖੇਤੀ ਦੇ ਵਿੱਚ ਪਾਈ ਜਾਂਦੀ ਹੈ ਜ਼ਿਆਦਾਤਰ, ਕਿਉਂਕਿ ਦੇਖਿਆ ਹੋਊਗਾ ਤੁਸੀਂ ਕਿ ਮੌਸਮ ਦੇ ਅਨੁਸਾਰ ਹੀ ਆਪਾਂ ਫਸਲ ਉਗਾਉਂਦੇ ਹੁੰਦੇ ਹਾਂ। ਠੀਕ ਹੈ, ਜਦੋਂ ਮੌਸਮ ਹੁੰਦੀ ਹੈ ਤਦ ਆਪਾਂ ਫਸਲ ਉਗਾ ਦਿੰਦੇ ਹਾਂ, ਤਾਂ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਕੰਮ ਮਿਲ ਜਾਂਦਾ। ਫਿਰ ਆਪਾਂ ਸੀਜ਼ਨ ਦੀ ਵੇਟ ਕਰਦੇ ਹਾਂ, ਫਿਰ ਉਹ ਸੀਜ਼ਨ ਦੇ ਵਿੱਚ ਉਹਨਾਂ ਨੂੰ ਕੰਮ ਮਿਲਦਾ ਹੁੰਦਾ। ਦੇਖਿਆ ਹੋਊਗਾ ਕਿ ਜਦੋਂ ਕਣਕ ਦੀ ਕਟਾਈ ਮਤਲਬ ਕਣਕ ਪੱਕ ਜਾਂਦੀ ਹੁੰਦੀ ਆ ਉਦੋਂ ਤੋਂ ਆਪਾਂ ਮਜ਼ਦੂਰਾਂ ਦੀ ਭਾਲ ਕਰਦੇ ਹਾਂ। ਠੀਕ ਹੈ, ਮਜ਼ਦੂਰਾਂ ਨੂੰ ਕੰਮ ਦਿੰਦੇ ਹਾਂ। ਫਿਰ ਜਦੋਂ ਕਟਾਈ ਹੋ ਜਾਂਦੀ ਹੈ ਤਾਂ ਫਿਰ ਜਿਹੜੇ ਕਿਸਾਨ ਨੇ ਉਹ ਬੇਰੁਜ਼ਗਾਰ ਹੋ ਜਾਂਦੇ ਨੇ ਨਾ, ਇਹ ਉਹ ਬੇਰੁਜ਼ਗਾਰੀ ਹੈ। ਇਹ ਬੇਰੁਜ਼ਗਾਰੀ ਮੌਸਮ, ਫੈਸ਼ਨ, ਰੁਚੀ ਸੰਬੰਧੀ ਪਰਿਵਰਤਨਾਂ ਦੇ ਕਾਰਨ ਪੈਦਾ ਹੁੰਦੀ ਹੈ। ਠੀਕ ਹੈ ਜੀ, ਜਿਵੇਂ ਬਰਫ਼ ਦੇ ਕਾਰਖਾਨੇ ਸਰਦੀਆਂ ਵਿੱਚ ਬੰਦ ਕਰ ਦਿੱਤੇ ਹਨ, ਸਮਝੇ, ਕਿਉਂਕਿ ਬਰਫ਼ ਕੋਈ ਪ੍ਰਯੋਗ ਹੀ ਨਹੀਂ ਕਰਦਾ ਠੰਡ ਦੇ ਵਿੱਚ। ਠੀਕ ਹੈ ਜੀ, ਤਾਂ ਮੌਸਮੀ ਬੇਰੁਜ਼ਗਾਰੀ ਉਦਯੋਗਾਂ ਦੇ ਵਿੱਚ ਵੀ ਪਾਈ ਜਾਂਦੀ ਹੈ, ਪਰ ਮੋਸਟਲੀ ਜਿਹੜੀ ਬੇਰੁਜ਼ਗਾਰੀ ਆਪਾਂ ਨੂੰ ਮੋਸਟਲੀ ਦੇਖਣ ਨੂੰ ਮਿਲਦੀ ਹੈ ਉਹ ਆਪਾਂ ਦੇਖ ਸਕਦੇ ਹਾਂ ਐਗਰੀਕਲਚਰ ਦੇ ਵਿੱਚ। ਠੀਕ ਹੈ ਜੀ, ਅੱਗੇ ਕੀ ਆ, ਸੰਰਚਨਾਤਮਕ ਬੇਰੁਜ਼ਗਾਰੀ, ਸਟਰਕਚਰਲ ਅਨਇੰਪਲੋਇਮੈਂਟ। ਇਹ ਬੇਰੁਜ਼ਗਾਰੀ ਅਰਥ ਵਿਵਸਥਾ ਵਿੱਚ ਹੋਣ ਵਾਲੇ ਸੰਰਚਨਾਤਮਕ ਪਰਿਵਰਤਨਾਂ ਦੇ ਕਾਰਨ, ਜਦੋਂ ਆਪਾਂ ਸਟਰਕਚਰਲ ਪਰਿਵਰਤਨ ਹੋ ਜਾਊਗਾ ਨਾ ਉਸ ਪ੍ਰਕਾਰ ਦੀ ਬੇਰੁਜ਼ਗਾਰੀ ਆਪਾਂ ਕਵਾਂਗੇ ਅਨਇੰਪਲੋਇਮੈਂਟ। ਠੀਕ ਹੈ ਜੀ, ਜਿਵੇਂ ਦੇਸ਼ ਦੇ ਨਿਰਯਾਤ ਵਪਾਰ ਵਿੱਚ ਹੋਣ ਵਾਲੇ ਪਰਿਵਰਤਨ ਆਦਿ। ਇਹਦੇ ਵਿੱਚ ਕੀ ਹੁੰਦਾ ਗਾ ਕਿ ਆਪਾਂ ਨਿਰਯਾਤ ਜਿਹੜਾ ਆਪਾਂ ਬਾਹਰ ਮਾਲ ਜਿਹੜਾ ਭੇਜਦੇ ਹੁੰਦੇ ਆ ਔਰ ਜਿਹੜਾ ਮੰਗਵਾਉਂਦੇ ਹੁੰਦੇ ਆ, ਇਹਦੇ ਵਿੱਚ ਪਰਿਵਰਤਨ ਹੋਣ ਦੇ ਕਾਰਨ ਇਹ ਬੇਰੁਜ਼ਗਾਰੀ ਪਾਈ ਜਾਂਦੀ ਹੈ। ਕਿਉਂਕਿ ਕਈ ਵਾਰ ਹੁੰਦਾ ਜਦੋਂ ਆਪਾਂ ਬਾਹਰ ਤੋਂ ਸਮਾਨ ਜ਼ਿਆਦਾ ਮੰਗਵਾਉਂਦੇ ਆ ਨਾ, ਆਪਾਂ ਜ਼ਿਆਦਾ ਉਹ ਕਰਦੇ ਹੁੰਦੇ ਆ, ਦੂਸਰੇ ਦੇਸ਼ਾਂ ਤੋਂ ਸਮਾਨ ਮੰਗਵਾਵਾਂਗੇ ਤਾਂ ਆਪਣੇ ਦੇਸ਼ ਦਾ ਸਮਾਨ ਜਿਹੜਾ ਬਣਾਇਆ ਬੁਣਾਇਆ ਜਾਂ ਫਿਰ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਤਾਂ ਕੰਮ ਨਹੀਂ ਮਿਲੂਗਾ, ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਕੰਮ ਮਿਲੂ ਕਿਉਂਕਿ ਆਪਾਂ ਬਾਹਰ ਤੋਂ ਮੰਗਵਾ ਰਹੇ ਹਾਂ ਚੀਜ਼ਾਂ। ਠੀਕ ਹੈ ਜੀ, ਤਾਂ ਕਰਕੇ ਇਹ ਬੇਰੁਜ਼ਗਾਰੀ ਪਾਈ ਜਾਂਦੀ ਆ। ਉਸ ਪ੍ਰਕਾਰ ਦੀ ਬੇਰੁਜ਼ਗਾਰ ਆਪਾਂ ਕਵਾਂਗੇ ਸਟਰਕਚਰਲ। ਠੀਕ ਹੈ ਜੀ, ਤਕਨੀਕੀ ਬੇਰੁਜ਼ਗਾਰੀ ਕਿਹੜੀ ਹੁੰਦੀ ਹੈ, ਤਕਨੀਕੀ ਬੇਰੁਜ਼ਗਾਰੀ ਜਿਹਦੇ ਵਿੱਚ ਨਾ ਟੈਕਨੀਕਲ ਹੋ ਜਾਂਦੀ ਆ ਪਰਿਵਰਤਨ ਦੇ ਕਾਰਨ। ਠੀਕ ਹੈ, ਇਹ ਬੇਰੁਜ਼ਗਾਰੀ ਉਤਪਾਦਨ ਦੀਆਂ ਤਕਨੀਕਾਂ ਵਿੱਚ ਹੋਣ ਵਾਲੇ ਪਰਿਵਰਤਨ ਦੇ ਕਾਰਨ ਪੈਦਾ ਹੁੰਦੀ ਹੈ, ਜਿਵੇਂ ਮਜ਼ਦੂਰਾਂ ਨੂੰ ਨਵੀਆਂ ਮਸ਼ੀਨਾਂ ਚਲਾਉਣਾ ਨਹੀਂ ਆਉਂਦਾ। ਹੁਣ ਇਹਦੇ ਵਿੱਚ ਦੇਖੋ ਕੀ ਹੁੰਦਾ ਗਾ, ਜੇ ਮੰਨ ਲਾ ਇੱਕ ਮਸ਼ੀਨ ਹੈ, ਪਹਿਲਾਂ ਤੁਸੀਂ ਦੇਖਿਆ ਹੋਊਗਾ ਕਿ ਪਹਿਲਾਂ ਆਪਾਂ ਨਾ ਟਾਈਪਿੰਗ ਦੇ ਲਈ ਟਾਈਪਰਾਈਟਰ ਯੂਜ਼ ਕਰਦੇ ਹੁੰਦੇ ਸੀਗੇ, ਜਿਹਦੇ ਨਾਲ ਆਪਾਂ ਟਾਈਪਿੰਗ ਕਰਦੇ ਸੀਗੇ। ਹੁਣ ਹੌਲੀ ਹੌਲੀ ਕੀ ਹੋਇਆ, ਕੰਪਿਊਟਰ ਆ ਗਏ। ਹੁਣ ਜਿਹੜੇ ਬੰਦਿਆਂ ਨੂੰ ਕੰਪਿਊਟਰ ਦੇ ਉੱਤੇ ਟਾਈਪਿੰਗ ਨਹੀਂ ਕਰਨਾ ਆਉਂਦਾ ਗਾ, ਤਾਂ ਉਹ ਪਹਿਲਾਂ ਜਿਹੜੇ ਟਾਈਪਰਾਈਟਰ ਯੂਜ਼ ਕਰਦੇ ਸੀਗੇ, ਹੁਣ ਉਹਨਾਂ ਨੂੰ ਤਾਂ ਕੰਪਿਊਟਰ 'ਤੇ ਕੰਮ ਕਰਨਾ ਸਿੱਖਣਾ ਪਊਗਾ ਨਾ, ਤਦ ਹੀ ਉਹ ਕਰ ਸਕਣਗੇ ਆਪਣਾ ਕੰਮ। ਠੀਕ ਹੈ, ਉਹਨੇ ਸਮੇਂ ਦੇ ਲਈ ਉਹਨਾਂ ਨੂੰ ਸਿੱਖਣ ਦੇ ਲਈ, ਉਹਨੇ ਸਮੇਂ ਦੇ ਲਈ ਉਹ ਕੀ ਹੋ ਗਏ, ਬੇਰੁਜ਼ਗਾਰ ਹੋ ਗਏ। ਠੀਕ ਹੈ, ਉਹਨੇ ਸਮੇਂ ਲਈ ਉਹਨਾਂ ਨੂੰ ਕੰਮ ਨਹੀਂ ਮਿਲਿਆ। ਠੀਕ ਹੈ ਜੀ, ਯਾਨੀ ਕਿ ਜਦੋਂ ਆਪਾਂ ਕੋਈ ਚੇਂਜਿਸ ਹੋ ਜਾਂਦੀਆਂ ਨੇ, ਉਹ ਚੇਂਜਿਸ ਨੂੰ ਆਪਣੇ ਅੰਦਰ ਡਿਵੈਲਪ ਕਰਨ ਲਈ, ਉਹਨੂੰ ਸਿੱਖਣ ਦੇ ਲਈ ਜਿੰਨਾ ਸਮਾਂ ਆਪਾਂ ਬੇਰੁਜ਼ਗਾਰ ਰਹਿੰਦੇ ਹਾਂ ਉਸ ਪ੍ਰਕਾਰ ਦੀ ਬੇਰੁਜ਼ਗਾਰੀ ਨੂੰ ਆਪਾਂ ਟੈਕਨੀਕ ਕਵਾਂਗੇ। ਠੀਕ ਹੈ ਜੀ, ਯਾਨੀ ਪਹਿਲੇ ਜਿਹੜੇ ਕਿਸਾਨ ਸੀ ਸਾਰੇ ਕੰਮ ਜਿਹੜੇ ਸੀਗੇ ਖੇਤਾਂ ਦੇ ਵਿੱਚ ਹੱਥਾਂ ਨਾਲ ਕਰਦੇ ਸੀ। ਹੁਣ ਕੀ ਹੋ ਗਏ, ਮਸ਼ੀਨਾਂ, ਕੰਬਾਈਨਸ ਵਗੈਰਾ ਆ ਗਏ। ਹੁਣ ਕੰਬਾਈਨਸ ਨਾਲ ਕੰਮ ਕਰਨ ਦੇ ਲਈ ਲੋਕਾਂ ਨੂੰ ਆਉਣਾ ਤਾਂ ਚਾਹੀਦਾ ਨਾ। ਠੀਕ ਹੈ ਜੀ, ਤਾਂ ਜਿਹੜੀ ਆਪਾਂ ਖੋਜ ਨਿਊ ਕਰਦੇ ਹਾਂ, ਉਹ ਖੋਜ ਦੇ ਕਾਰਨ ਜਿਹੜੇ ਹੈਗੇ ਨੇ ਲੋਕਾਂ ਨੂੰ ਨਾਲ ਦੇ ਨਾਲ ਸਿਖਲਾਈ ਵੀ ਦੇਣੀ ਜ਼ਰੂਰੀ। ਜਦੋਂ ਸਿੱਖ ਜਾਂਦੇ ਨੇ ਬਿਲਕੁਲ, ਤਾਂ ਉਹ ਕੀ ਹੋ ਜਾਂਦੇ ਨੇ, ਰੁਜ਼ਗਾਰ ਪ੍ਰਾਪਤ ਕਰ ਲੈਂਦੇ ਨੇ। ਪਰ ਜਦੋਂ ਤੱਕ ਉਹ ਨਹੀਂ ਸਿੱਖ ਪਾਉਂਦੇ ਉਦੋਂ ਤੱਕ ਉਹ ਕੀ ਹੁੰਦੇ ਨੇ, ਬੇਰੁਜ਼ਗਾਰ ਹੁੰਦੇ। ਠੀਕ ਹੈ ਜੀ, ਉਪਰਲੀ ਬੇਰੁਜ਼ਗਾਰੀਆਂ ਦੇ ਹੁੰਦਿਆਂ ਹੋਇਆ ਵੀ ਜੇਕਰ ਅਰਥ ਵਿਵਸਥਾ ਵਿੱਚ ਅਣਇੱਛਕ ਬੇਰੁਜ਼ਗਾਰੀ ਨਹੀਂ ਹੈ ਤਾਂ ਅਜਿਹੀ ਸਥਿਤੀ ਨੂੰ ਪੂਰਨ ਰੁਜ਼ਗਾਰ ਦੀ ਹਾਲਤ ਵੀ ਕਿਹਾ ਜਾਵੇਗਾ। ਯਾਨੀ ਅਗਰ ਕਵਾਂਗੇ ਕਿ ਜਿਹੜੀ ਵੀ ਉੱਪਰ ਆਪਾਂ ਡੈਫੀਨੇਸ਼ਨ ਪੜ੍ਹੀ ਹੈ, ਕਿਹੜੀ ਪੜ੍ਹੀ ਹੈ, ਜਿਵੇਂ ਕਿ ਵਲੰਟਰੀ ਅਨਇੰਪਲੋਇਮੈਂਟ, ਫ੍ਰਿਕਸ਼ਨਲ ਅਨਇੰਪਲੋਇਮੈਂਟ, ਸੀਜ਼ਨਲ ਅਨਇੰਪਲੋਇਮੈਂਟ, ਸਟਰਕਚਰਲ ਅਨਇੰਪਲੋਇਮੈਂਟ, ਟੈਕਨੀਕਲ ਅਨਇੰਪਲੋਇਮੈਂਟ। ਠੀਕ ਹੈ, ਇਹ ਅਗਰ ਬੇਰੁਜ਼ਗਾਰੀ ਜਿਹੜੀ ਅਰਥ ਵਿਵਸਥਾ ਦੇ ਵਿੱਚ
ਹੈਗੀ ਹੈ, ਠੀਕ ਹੈ। ਔਰ ਅਰਥ ਵਿਵਸਥਾ ਵਿੱਚ ਅਨਿੱਛਕ ਬੇਰੁਜ਼ਗਾਰੀ ਨਹੀਂ ਪਾਉਂਦੀ। ਅਨਿੱਛਕ ਆਪਾਂ ਨੇ ਪੜ੍ਹਿਆ ਸੀ ਪਹਿਲਾਂ, ਅਨਿੱਛਕ ਕਿਹੜੀ ਹੁੰਦੀ ਆ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਠੀਕ ਹੈ ਨਾ, ਕੰਮ ਕਰਨਾ ਚਾਹੁੰਦੇ ਨੇ ਬਟ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਠੀਕ ਹੈ। ਉਸ ਪ੍ਰਕਾਰ ਦੀ ਬੇਰੁਜ਼ਗਾਰੀ ਨੂੰ ਆਪਾਂ ਕਵਾਂਗੇ ਅਨਿੱਛਕ ਬੇਰੁਜ਼ਗਾਰੀ, ਠੀਕ ਹੈ। ਇਨਵੋਲੰਟਰੀਅਰ ਅਨਇੰਪਲੋਇਮੈਂਟ, ਠੀਕ ਹੈ ਜੀ। ਤਾਂ ਅਜਿਹੀ ਸਥਿਤੀ ਨੂੰ ਵੀ ਪੂਰਨ ਰੁਜ਼ਗਾਰ ਦੀ ਸਥਿਤੀ ਕਵਾਂਗੇ। ਯਾਨੀ ਇਹ ਸਾਰੇ ਪ੍ਰਕਾਰ ਦੀ ਬੇਰੁਜ਼ਗਾਰੀ ਪਾਈ ਜਾਂਦੀ ਆ ਪਰ ਇਨਵੋਲੰਟਰੀਅਰ ਨਹੀਂ ਪਾਈ ਜਾਂਦੀ, ਤਦ ਵੀ ਆਪਾਂ ਕਵਾਂਗੇ ਕਿ ਇਹ ਫੁੱਲ ਇੰਪਲੋਇਮੈਂਟ ਹੈ, ਠੀਕ ਹੈ ਜੀ। ਹੁਣ ਕੋਈ ਪੁੱਛ ਲਵੇ ਫੁੱਲ ਇੰਪਲੋਇਮੈਂਟ ਦੇ ਵਿੱਚ ਕਿਹੜੇ ਟਾਈਪਸ ਦੀ ਬੇਰੁਜ਼ਗਾਰੀ ਪਾਈ ਜਾਂਦੀ ਹੈ, ਤਾਂ ਆਪਾਂ ਇਹ ਸਾਰੇ ਜਿਹੜੇ ਪੁਆਇੰਟਸ ਮੈਂ ਤੁਹਾਨੂੰ ਕਰਵਾਏ ਨੇ ਇਹ ਤੁਸੀਂ ਦੱਸ ਸਕਦੇ ਹੋ, ਠੀਕ ਹੈ ਜੀ। ਤੇ ਨੈਕਸਟ ਆਪਾਂ ਪੜ੍ਹਦੇ ਹਾਂ ਕੀ ਹੈ ਇਨਫਲੇਸ਼ਨ, ਠੀਕ ਹੈ ਜੀ। ਮੁਦਰਾ ਸਫੀਤੀ ਸ਼ਬਦਕੋਸ਼ ਦੇ ਅਨੁਸਾਰ ਅੰਗਰੇਜ਼ੀ ਭਾਸ਼ਾ ਦੇ ਇਨਫਲੇਸ਼ਨ ਸ਼ਬਦ ਦਾ ਅਰਥ ਹੈ ਫੈਲਾਵ ਜਾਂ ਵਾਧਾ, ਠੀਕ ਹੈ ਜੀ। ਅੰਗਰੇਜ਼ੀ ਦੇ ਵਿੱਚੋਂ ਇਹ ਵਰਡ ਲਿਆ ਗਿਆ ਇਨਫਲੇਸ਼ਨ, ਜਿਹੜਾ ਅੰਗਰੇਜ਼ੀ ਦਾ ਵਰਡ ਹੈ, ਇਹਦਾ ਅਗਰ ਜੇ ਆਪਾਂ ਅਰਥ ਦੇਖੀਏ ਤਾਂ ਇਹਦਾ ਮਤਲਬ ਹੁੰਦਾ ਗਾ ਫੈਲਾਵ ਮਤਲਬ ਵਾਧਾ, ਯਾਨੀ ਉਹਦੇ ਵਿੱਚ ਬੜੋਤੀ, ਠੀਕ ਹੈ, ਵਧਣਾ, ਠੀਕ ਹੈ ਜੀ। ਜਦੋਂ ਫੁੱਟਬਾਲ ਦੇ ਬਲੈਡਰ ਵਿੱਚ ਹਵਾ ਭਰੀ ਜਾਂਦੀ ਹੈ ਤਾਂ ਉਸ ਵਿੱਚ ਫੈਲਾਅ ਦੇਖਿਆ ਹੋਊਗਾ, ਜਦੋਂ ਜਿਹੜਾ ਬਾਲ ਹੁੰਦਾ ਗਾ ਉਹਦੇ ਵਿੱਚ ਜਦੋਂ ਹਵਾ ਫੁੱਲਣ ਲੱਗ ਜਾਂਦਾ ਹੁੰਦਾ ਗਾ ਨਾ, ਉਹੀ ਉਹਦਾ ਹੀ ਮਤਲਬ ਉਸੇ ਤਰ੍ਹਾਂ ਦਾ ਤੁਸੀਂ ਮਤਲਬ ਲੈ ਲਓ ਕਿ ਇਨਫਲੇਸ਼ਨ ਦਾ ਮਤਲਬ ਹੁੰਦਾ ਵਧਣਾ, ਠੀਕ ਹੈ। ਇਸੇ ਤਰ੍ਹਾਂ ਹੀ ਕੀਮਤ ਪੱਧਰ ਦੇ ਵਿੱਚ ਜਦੋਂ ਇਨਫਲੇਸ਼ਨ ਦਾ ਅਰਥ ਹੈ ਕੀਮਤ ਵਿੱਚ ਹੋਣ ਵਾਲਾ ਲਗਾਤਾਰ ਵਾਧਾ। ਅਰਥ ਸ਼ਾਸਤਰ ਵਿੱਚ ਕੀਮਤ ਪੱਧਰ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਨੂੰ ਇਨਫਲੇਸ਼ਨ ਕਿਹਾ ਜਾਂਦਾ ਹੈ, ਠੀਕ ਹੈ ਜੀ। ਹੁਣ ਕਹਿਣਗੇ ਵਾਟ ਇਜ਼ ਇਨਫਲੇਸ਼ਨ ਜਾਂ ਮੁਦਰਾ ਸਫੀਤੀ ਕੀ ਹੈ, ਤਾਂ ਮੁਦਰਾ ਸਫੀਤੀ ਦਾ ਮਤਲਬ ਹੁੰਦਾ ਗਾ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ। ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਕਿਵੇਂ, ਦੇਖੋ ਅੱਜ ਟਮਾਟਰ ਦਾ ਰੇਟ ਜਿਹੜਾ ਹੈਗਾ ਆ, ਟੋਮੈਟੋ ਦਾ ਰੇਟ ਹੈਗਾ ਜਿਹੜਾ ਉਹ ਕਿੰਨਾ ਆ 50 ਰੁਪਏ ਆ, ਠੀਕ ਹੈ। ਫਿਰ ਉਹ ਥੋੜੀ ਦਿਨਾਂ ਬਾਅਦ ਕੀ ਹੋ ਜਾਂਦਾ ਗਾ 100 ਰੁਪਏ ਹੋ ਜਾਂਦਾ ਗਾ, ਫਿਰ ਥੋੜੀ ਦੇਰ ਬਾਅਦ 120 ਰੁਪਏ ਹੋ ਜਾਂਦਾ ਗਾ, ਠੀਕ ਹੈ। ਐਵੇਂ ਮਤਲਬ ਰੇਟ ਵਧੀ ਜਾ ਰਿਹਾ, ਘਟ ਨਹੀਂ ਰਿਹਾ, ਠੀਕ ਹੈ। ਤਾਂ ਆਪਾਂ ਇਸ ਪ੍ਰਕਾਰ ਦੀ ਜਦੋਂ ਕੀਮਤਾਂ ਵਧਣਗੀਆਂ, ਲਗਾਤਾਰ ਕੀਮਤਾਂ ਵਧਣਗੀਆਂ, ਤਾਂ ਇਸ ਪ੍ਰਕਾਰ ਦੀ ਜਿਹੜੀ ਹੋਊਗੀ ਸਥਿਤੀ ਉਸਨੂੰ ਆਪਾਂ ਕੀ ਕਵਾਂਗੇ ਇਨਫਲੇਸ਼ਨ, ਠੀਕ ਹੈ ਜੀ। ਹੁਣ ਕੀਮਤਾਂ ਕਿਉਂ ਵੱਧਦੀਆਂ ਨੇ ਇਹ ਵੀ ਤੁਹਾਨੂੰ ਦੱਸਾਂਗੇ। ਕੀਮਤਾਂ ਉਦੋਂ ਵੱਧਦੀਆਂ ਨੇ ਜਿਵੇਂ ਜਦੋਂ ਬੰਦੇ ਕੋਲ ਨਾ ਮਾਲ ਘੱਟ ਹੋਵੇ। ਹੁਣ ਛੋਟੀ ਜਿਹੀ ਡੈਫੀਨੇਸ਼ਨ ਦੇਖੋ ਕੀ ਹੈ, ਮੰਨ ਲਓ ਤੁਹਾਡੀ ਖੁਦ ਲਵੋ, ਜੇ ਮੰਨ ਲਓ ਤੁਹਾਡੇ ਕੋਲ ਨਾ 2 ਪੇਟੀਆਂ ਨੇ ਐਪਲ ਦੀਆਂ, ਠੀਕ ਹੈ ਜੀ। ਇਹ ਐਪਲ ਦੀਆਂ 2 ਪੇਟੀਆਂ ਨੇ, ਤੁਸੀਂ ਵੇਚਣਾ ਚਾਹੁੰਦੇ ਹੋ। ਹੁਣ ਮਾਰਕੀਟ ਦੇ ਵਿੱਚ ਰਾਮ, ਸ਼ਾਮ ਔਰ ਮੋਹਨ ਐਸੇ ਕਈ ਬੰਦੇ ਨੇ, ਮਤਲਬ ਬਹੁਤ ਸਾਰੇ ਬੰਦੇ, ਹਾਲੇ ਤਾਂ ਮੈਂ ਤੁਹਾਨੂੰ 3 ਐਗਜ਼ਾਮਪਲ ਦਿੱਤੀਆਂ ਨੇ, 3 ਬੰਦੇ ਦੇ ਨਾਮ ਲਏ ਨੇ, ਪਰ ਐਸੇ ਕਈ ਮਾਰਕੀਟ ਦੇ ਵਿੱਚ ਬੰਦੇ ਹੋਰ ਵੀ ਨੇ ਜਿਹੜੇ ਕਿ ਤੁਹਾਡੇ ਤੋਂ ਇਹ ਸੇਬ ਜਿਹੜੇ ਐਪਲ ਦੀਆਂ ਪੇਟੀਆਂ ਨੇ ਖਰੀਦਣਾ ਚਾਹੁੰਦੇ ਨੇ, ਠੀਕ ਹੈ। ਪਰ ਹੈਗੀ ਹੈ ਤੁਹਾਡੇ ਕੋਲ 2 ਹੀ ਨੇ। ਹੁਣ ਤੁਸੀਂ ਖੁਦ ਸੋਚੋ ਕਿ ਤੁਸੀਂ ਆਪਣਾ ਜਿਹੜਾ 2 ਪੇਟੀਆਂ ਦੇ ਸੇਬ ਦੀ 2 ਪੇਟੀਆਂ ਨੇ ਇਹ ਕਿਹਨੂੰ ਵੇਚੋਗੇ, ਰਾਮ ਨੂੰ, ਸ਼ਾਮ ਨੂੰ ਜਾਂ ਮੋਹਨ ਨੂੰ, ਠੀਕ ਹੈ। ਰਾਮ ਤੁਹਾਨੂੰ ਇਹ 2 ਪੇਟੀਆਂ ਦੇ ਦੇਣ ਲਈ ਤਿਆਰ ਆ ਪੈਸੇ 100 ਰੁਪਏ, ਇਹ ਤੁਹਾਨੂੰ ਦੇਣ ਲਈ ਤਿਆਰ ਆ 120 ਰੁਪਏ, ਇਹ ਤੁਹਾਨੂੰ ਤਿਆਰ ਆ ਦੇਣ ਲਈ 250 ਰੁਪਏ, ਠੀਕ ਹੈ ਜੀ। ਹੁਣ ਦੱਸੋ ਤੁਸੀਂ ਕਿਹਨੂੰ ਵੇਚਣ ਲਈ ਤਿਆਰ ਹੋਵੋਗੇ, ਇਹਨੂੰ ਵੇਚਣ ਲਈ ਤਿਆਰ ਹੋਵੋਗੇ, ਮੋਹਨ ਨੂੰ। ਕਿਉਂ ਤਿਆਰ ਹੋਵੋਗੇ, ਤੁਸੀਂ ਦੇਖੋਗੇ ਕਿ ਤੁਹਾਡਾ ਬੈਨੀਫਿਟ ਹੋ ਰਿਹਾ, ਤੁਹਾਨੂੰ 250 ਰੁਪਏ ਮਿਲ ਰਹੇ ਨੇ, ਤਾਂ ਤੁਸੀਂ ਇਹਨੂੰ ਵੇਚੋਗੇ, ਠੀਕ ਹੈ ਜੀ। ਤਾਂ ਇਸ ਹਾਲਤ ਦੇ ਵਿੱਚ ਜਦੋਂ ਤੁਹਾਡੇ ਕੋਲ ਮਾਲ ਘੱਟ ਹੈ ਔਰ ਤੁਹਾਡੇ ਤੋਂ ਖਰੀਦਣ ਵਾਲੇ ਬੰਦੇ ਜ਼ਿਆਦਾ ਨੇ, ਤਾਂ ਤੁਸੀਂ ਉਹ ਮਾਲ ਕਿਹਨੂੰ ਵੇਚੋਗੇ, ਜਿਹਦੇ ਕੋਲ ਜਿੱਤੋਂ ਤੁਹਾਨੂੰ ਜ਼ਿਆਦਾ ਪ੍ਰੋਫਿਟ ਹੋ ਰਿਹਾ। ਤਾਂ ਇਸੀ ਹਾਲਾਤ ਦੇ ਵਿੱਚ ਕੀਮਤਾਂ ਵੱਧਦੀਆਂ ਹੁੰਦੀਆਂ ਨੇ। ਤਾਂ ਦੇਖੋਗੇ ਕੀਮਤ ਇੱਥੇ ਤੱਕ ਪਹੁੰਚ ਗਈ, ਠੀਕ ਹੈ। ਯਾਨੀ ਕਿ ਕੀਮਤਾਂ ਉਦੋਂ ਵਧਣਗੀਆਂ ਜਦੋਂ ਤੁਹਾਡੇ ਕੋਲ ਸਪਲਾਈ ਜਿਹੜੀ ਹੈਗੀ ਆ ਘੱਟ ਹੋਊਗੀ ਔਰ ਡਿਮਾਂਡ ਕਰਨ ਵਾਲੇ ਬੰਦਿਆਂ ਦੀ ਜਿਹੜੀ ਉਹ ਹੈ ਗਿਣਤੀ ਹੈ ਉਹ ਜ਼ਿਆਦਾ ਹੋਵੇਗੀ, ਠੀਕ ਹੈ ਜੀ। ਹੁਣ ਕੀਮਤਾਂ ਇਸ ਲਈ ਵੱਧਦੀਆਂ ਹੁੰਦੀਆਂ ਨੇ, ਤਾਂ ਹੀ ਦੇਖਿਆ ਹੋਊਗਾ ਜਦੋਂ ਟਮਾਟਰ ਦੀ ਉਹ ਪੈਦਾਵਾਰ ਨਹੀਂ ਹੁੰਦੀ ਜ਼ਿਆਦਾ, ਤਾਂ ਟਮਾਟਰ ਦੀ ਮੋਸਟਲੀ ਆਪਾਂ ਦੇਖਿਆ ਹੋਊਗਾ ਟਮਾਟਰ, ਪਿਆਜ਼ ਦੀ ਰੇਟ ਵੱਧਦੀਆਂ ਰਹਿੰਦੀਆਂ ਨੇ, ਕਿਉਂਕਿ ਉਦੋਂ ਵੱਧਦੀਆਂ ਨੇ ਜਦੋਂ ਉਹਨਾਂ ਦੀ ਸਪਲਾਈ ਜਿਹੜੀ ਆ ਉਹ ਘੱਟ ਜਾਂਦੀ ਹੁੰਦੀ ਹੈ, ਠੀਕ ਹੈ ਜੀ। ਤਾਂ ਕੀਮਤਾਂ ਵੱਧਦੀਆਂ ਹੁੰਦੀਆਂ ਨੇ। अब ਤੁਹਾਨੂੰ ਪਤਾ ਚੱਲ ਗਿਆ ਇਨਫਲੇਸ਼ਨ ਕੀ ਹੁੰਦਾ, ਕੀਮਤਾਂ ਦਾ ਵਧਣਾ, ਠੀਕ ਹੈ ਜੀ। ਹੁਣ ਇੱਥੇ ਕਈ ਜਿਹੜੇ ਅਰਥ ਸ਼ਾਸਤਰੀ ਨੇ ਉਹਦੀ ਪਰਿਭਾਸ਼ਾ ਦਿੱਤੀ ਹੋਈ ਆ ਅਲੱਗ-ਅਲੱਗ ਮੁਦਰਾ ਸਫੀਤੀ ਦੀ, ਉਹ ਤੁਸੀਂ ਪੜ੍ਹ ਲਿਓ, ਠੀਕ ਹੈ। ਆਪਾਂ ਨੈਕਸਟ ਪੜ੍ਹਦੇ ਹਾਂ, ਉਦਾਹਰਨ ਇਹਦੀ ਪੜ੍ਹਦੇ ਹਾਂ ਕੀ ਆ ਕਿ ਭਾਰਤ ਵਿੱਚ ਪਹਿਲੀ 5 ਸਾਲਾ ਯੋਜਨਾ ਦੇ ਅੰਤ 1956 ਤੋਂ
ਹੀ ਕੀਮਤ ਪੱਧਰ ਲਗਾਤਾਰ ਵਧਦਾ ਜਾ ਰਿਹਾ। ਹੁਣ ਦੇਖੋ ਅਰਥ ਸ਼ਾਸਤਰ ਦੇ ਵਿੱਚ ਨਾ ਯੋਜਨਾਵਾਂ ਬਣੀਆਂ ਸੀ ਤਾਂ ਜੋ ਆਪਾਂ ਤਰੱਕੀ ਕਰ ਸਕੀਏ ਖੇਤੀ ਦਾ। ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਜਿਹੜੀਆਂ ਦੇਸ਼ ਦੇ ਵਿਕਾਸ ਦੇ ਲਈ ਕਈ ਜਿਹੜੇ ਅਰਥ ਸ਼ਾਸਤਰੀ ਔਰ ਕਈ ਐਸੇ ਯੋਜਨਾਵਾਂ ਬਣਾਈਆਂ ਗਈਆਂ ਸੀਗੀਆਂ ਜਿਹਦੇ ਨਾਲ ਨਾ ਤਰੱਕੀ ਕੀਤੀ ਜਾ ਸਕੇ, ਖੇਤੀ ਦਾ ਔਰ ਉਦਯੋਗਾਂ ਦਾ ਵਿਕਾਸ ਕੀਤਾ ਜਾ ਸਕੇ। ਤਾਂ ਯੋਜਨਾਵਾਂ ਬਣਾਈਆਂ ਗਈਆਂ ਸੀ। ਇਹ ਯੋਜਨਾ 5 ਸਾਲਾਂ ਦੇ ਲਈ ਬਣਾਈਆਂ ਗਈਆਂ ਸੀ, ਤਾਂ ਹੀ ਆਪਾਂ ਉਹਨਾਂ ਨੂੰ ਕਹਿੰਦੇ ਹਾਂ 5 ਸਾਲਾ ਯੋਜਨਾ। ਤਾਂ ਪਹਿਲੀ 5 ਸਾਲਾ ਯੋਜਨਾ ਜਿਹੜੀ ਬਣੀ ਸੀਗੀ ਉਹ ਬਣੀ ਸੀ 1951 ਦੇ ਵਿੱਚ। 1951 ਤੋਂ 1956 ਤੱਕ ਦੀ ਬਣੀ ਸੀਗੀ 5 ਸਾਲਾ, ਪਹਿਲੀ 5 ਸਾਲਾ ਯੋਜਨਾ। ਠੀਕ ਹੈ ਜੀ, ਯਾਦ ਰੱਖਿਓ। ਔਰ 1956 ਤੋਂ ਹੀ ਕੀ ਹੋ ਰਹੀਆਂ ਸੀ, ਕੀਮਤਾਂ ਵਧ ਰਹੀਆਂ ਸੀਗੀਆਂ। ਠੀਕ ਹੈ, ਜਿਵੇਂ ਕਿ ਪੈਟਰੋਲ ਦੀ ਕੀਮਤ ਵੱਧ ਗਈ ਸੀਗੀ। ਪਹਿਲਾਂ 1956 ਦੇ ਵਿੱਚ ਪੈਟਰੋਲ ਦੀ ਕੀਮਤ ਕਿੰਨੀ ਸੀਗੀ, 1 ਰੁਪਏ ਸੀਗੀ। ਉਸ ਤੋਂ ਬਾਅਦ ਜਦੋਂ ਆਪਾਂ ਦੇਖਿਆ ਪੈਟਰੋਲ ਦੀ ਕੀਮਤ ਤਾਂ 1997 ਵਿੱਚ ਦੇਖਿਆ ਤਾਂ 23 ਹੋ ਗਈ, 2012 ਦੇ ਵਿੱਚ ਲਗਭਗ 69 ਹੋ ਗਈ ਸੀਗੀ। ਤੇ ਇਸੇ ਪ੍ਰਕਾਰ ਸੋਨੇ ਦੀ ਕੀਮਤ 56 ਦੇ ਵਿੱਚ ਜਿਹੜੀ ਸੀਗੀ 1956 ਦੇ ਵਿੱਚ 100 ਰੁਪਏ ਸੀਗੀ। ਠੀਕ ਹੈ, ਪ੍ਰਤੀ 10 ਗ੍ਰਾਮ ਸੀਗੀ, 100 ਰੁਪਏ ਪ੍ਰਤੀ ਗ੍ਰਾਮ। ਠੀਕ ਹੈ ਜੀ, ਜਿਹੜੀ 2012 ਦੇ ਵਿੱਚ ਫਿਰ ਕੀ ਹੋ ਗਿਆ, ਸੋਨੇ ਦੀ ਕੀਮਤ ਵੱਧ ਕੇ 33,000 ਰੁਪਏ ਹੋ ਗਈ ਪਰ ਗ੍ਰਾਮ। ਠੀਕ ਹੈ ਜੀ, 2011 ਵਿੱਚ ਮੁਦਰਾ ਸਫੀਤੀ ਦੀ ਦਰ 9% ਸੀ ਅਤੇ ਜਨਵਰੀ 2012 ਦੇ ਵਿੱਚ 6.6% ਸੀ। ਯਾਨੀ ਠੀਕ ਹੈ, ਕੀਮਤਾਂ ਜਿਹੜੀ ਸੀਗੀ 2011 ਵਿੱਚ 9% ਸੀਗੀ, 9% ਤੋਂ ਸਿੱਧਾ ਹੀ 2012 ਦੇ ਵਿੱਚ 1 ਸਾਲ ਦੇ ਫਰਕ ਵਿੱਚ ਦੇਖਿਆ ਆਪਾਂ ਨੇ 6.6% ਸੀਗੀ। ਠੀਕ ਹੈ, ਯਾਨੀ ਇਹਦੇ ਵਿੱਚ ਹੋਰ ਵੀ ਕਈ ਐਸੇ ਵਸਤੂਆਂ ਸੀਗੀਆਂ ਜਿਹਦੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ ਸੀਗਾ। ਠੀਕ ਹੈ, ਇਹ ਤੁਸੀਂ ਮਤਲਬ ਇੱਕ ਜਨਰਲ ਨੌਲੇਜ ਲਈ ਯਾਦ ਰੱਖ ਸਕਦੇ ਹੋ ਕਿ ਕੀਮਤਾਂ ਕਦੋਂ ਕਿਹਦੀਆਂ ਕਿੰਨੀਆਂ ਵਧੀਆਂ ਸੀ। ਠੀਕ ਹੈ ਜੀ, ਤੁਸੀਂ ਹੋਰ ਵੀ ਨੈੱਟ ਤੇ ਸਰਚ ਕਰਕੇ ਦੇਖ ਸਕਦੇ ਹੋ ਕਿ ਕੀਮਤਾਂ ਕਿਵੇਂ ਲਗਾਤਾਰ ਵਧੀਆਂ ਸੀਗੀਆਂ ਆਜ਼ਾਦੀ ਤੋਂ, ਜਿਹੜੀ 5 ਸਾਲਾ ਯੋਜਨਾਵਾਂ, ਪਹਿਲੀ 5 ਸਾਲਾ ਯੋਜਨਾ ਦੇ ਖਤਮ ਹੋਣ ਤੋਂ ਬਾਅਦ। ਠੀਕ ਹੈ ਜੀ, ਇਹ ਜਨਰਲ ਨੌਲੇਜ ਲਈ ਆਪਣੀ ਕਰ ਸਕਦੇ ਹੋ। ਮੁਦਰਾ ਸਫੀਤੀ ਨੂੰ ਕੀਮਤ ਸੂਚਕ ਰਾਹੀਂ ਵੀ ਦਿਖਾਇਆ। ਕੀਮਤ ਸੂਚਕ ਕੀ ਹੁੰਦੀ ਹੈ, ਜਿਹਦੇ ਦੁਆਰਾ ਪਤਾ ਚੱਲਦਾ ਹੈਗਾ ਕਿ ਕੀਮਤਾਂ ਵੱਧ ਰਹੀਆਂ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੁੰਦਾ ਗਾ, ਕੀਮਤ ਸੂਚਕ ਉਹ ਸੰਖਿਆ ਹੈ ਜਿਸ ਰਾਹੀਂ ਇਹ ਪਤਾ ਲੱਗਦਾ ਹੈ ਕਿ ਕਿਸੇ ਖਾਸ ਵਰੇ ਜਿਸ ਨੂੰ ਆਧਾਰ ਸਾਲ ਕਿਹਾ ਜਾਂਦਾ ਹੈ ਦੀ ਤੁਲਨਾ ਵਿੱਚ ਚਾਲੂ ਸਾਲ ਦੀ ਔਸਤ ਕੀਮਤਾਂ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਇਆ ਹੈ। ਯਾਨੀ ਕੀ ਹੁੰਦਾ ਗਾ, ਕੀਮਤ ਸੂਚਕ ਕੀ ਹੁੰਦਾ ਗਾ, ਕੀਮਤ ਸੂਚਕ ਇੱਕ ਅਜਿਹਾ ਮਤਲਬ ਹੁੰਦਾ ਗਾ ਯੰਤਰ ਜਿਹਦੇ ਦੁਆਰਾ ਆਪਾਂ ਨੂੰ ਪਤਾ ਚੱਲਦਾ ਗਾ ਕਿ ਪਿਛਲੇ ਸਾਲ ਜਿੰਨੀ ਸੀਗੀ ਕੀਮਤ ਮੰਨ ਲਓ 2022 ਦੇ ਵਿੱਚ, ਮੰਨ ਲਓ 2022 ਦੇ ਵਿੱਚ ਨਹੀਂ 21 ਮੰਨ ਲਓ 2021 ਦੇ ਵਿੱਚ ਕੀਮਤ ਕੀ ਸੀਗੀ ਸਾਰੀਆਂ ਚੀਜ਼ਾਂ ਦੀ, ਅਤੇ 2022 ਦੇ ਵਿੱਚ ਉਸੇ ਚੀਜ਼ ਦੀ ਆਪਾਂ ਜਦੋਂ ਕੀਮਤ ਦੇਖਦੇ ਹਾਂ ਤਾਂ ਕਿੰਨੀ ਹੋਗੀ। ਠੀਕ ਹੈ ਜੀ, ਯਾਨੀ ਕਿ ਆਧਾਰ ਸਾਲ, ਆਪਾਂ ਆਧਾਰ ਸਾਲ ਇਹਦੇ ਵਿੱਚ ਦੱਸੋ, ਇਹ ਦੋਨਾਂ ਵਿੱਚ ਆਧਾਰ ਸਾਲ ਕਿਹੜਾ ਹੋਇਆ, ਆਧਾਰ ਸਾਲ ਹੋਇਆ 2021, ਜਿਹਦੇ ਦੁਆਰਾ ਆਪਾਂ ਜਿਹਦੇ ਤੋਂ ਆਪਾਂ ਕੰਪੇਅਰ ਕਰਦੇ ਹਾਂ ਕਿ ਪਹਿਲਾਂ ਤੋਂ ਹੁਣ ਕਿੰਨੀ ਹੋਗੀ। ਠੀਕ ਹੈ ਜੀ, ਆਧਾਰ ਸੂਚਕ ਦੁਆਰਾ ਪਤਾ ਚੱਲਦਾ ਗਾ ਆਪਾਂ ਨੂੰ ਕਿ ਕੀਮਤਾਂ ਪਹਿਲਾਂ ਨਾਲੋਂ ਕਿੰਨੀਆਂ ਵਾਧਾ ਹੋਇਆਗਾ ਉਹਦੇ ਵਿੱਚ ਕੀਮਤ ਵਿੱਚ। ਠੀਕ ਹੈ ਜੀ, ਹੁਣ ਕੀ ਕਹਿੰਦੇ ਨੇ, ਔਸਤ ਵਾਧਾ ਦੇਖਦੇ ਹੁੰਦੇ ਆ। ਮੁਦਰਾ ਸਫੀਤੀ ਦੇ ਕਈ ਕਾਰਨ ਹੋ ਸਕਦੇ ਨੇ, ਕਿਵੇਂ ਵਧਦੀਆਂ ਨੇ। ਮੈਂ ਤੁਹਾਨੂੰ ਤਾਂ ਪਹਿਲਾ ਕਾਰਨ ਦੱਸ ਦਿਆ, ਜਦੋਂ ਸਪਲਾਈ ਘੱਟ ਹੋਵੇਗੀ। ਇਹਦੇ ਵੀ ਹੋਰ ਵੀ ਕਈ ਕਾਰਨ ਨੇ ਜਦੋਂ ਕੀਮਤਾਂ ਵੱਧਦੀਆਂ ਨੇ, ਪਰੰਤੂ ਇਸ ਦਾ ਮੁੱਖ ਕਾਰਨ ਵਸਤੂਆਂ ਦੀ ਮੰਗ ਦਾ, ਵਸਤੂਆਂ ਦੇ ਉਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਡੈਫੀਨੇਸ਼ਨ, ਵਸਤੂਆਂ ਦੀ ਮੰਗ ਜਿਹੜੀ ਹੈਗੀ ਹੈ ਉਹ ਪੂਰਤੀ ਦੇ ਨਾਲੋਂ ਵਧੇਰੇ ਹੁੰਦੀ ਆ ਤਾਂ ਜਾ ਕੇ ਮੁਦਰਾ ਸਫੀਤੀ ਹੁੰਦੀ ਹੈ। ਜਦੋਂ ਮੰਗ ਪੂਰਤੀ ਨਾਲੋਂ ਵਧੇਰੇ ਹੁੰਦੀ ਹੈ ਤਾਂ ਕੀਮਤਾਂ ਵਧਣ ਲੱਗਦੀਆਂ ਤੇ ਮੁਦਰਾ ਸਫੀਤੀ ਪੈਦਾ ਹੋ ਜਾਂਦੀ ਹੈ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਚੱਲ ਗਿਆ। ਔਰ ਇਹਦੇ ਕਈ ਵੀ ਹੋਰ ਵੀ ਕਾਰਨ ਨੇ, ਪਰ ਇੱਥੇ ਜਿਹੜੀ ਤੁਹਾਨੂੰ ਡੈਫੀਨੇਸ਼ਨ ਦਿੱਤੀ ਹੈ ਉਹ ਇਹੀ ਦੱਸੀ ਹੋਈ ਹੈ ਕਿ ਕੀਮਤਾਂ ਕਦੋਂ ਵਧਦੀਆਂ ਨੇ, ਜਦੋਂ ਸਪਲਾਈ ਘੱਟ ਹੋ ਜਾਂਦੀ ਹੈ। ਠੀਕ ਹੈ ਜੀ, ਤੇ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਸਪਲਾਈ ਆਫ ਮਨੀ। ਠੀਕ ਹੈ ਜੀ, ਤੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼। ਅਗਰ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੋਈ ਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ, ਤੇ ਨੈਕਸਟ ਵੀਡੀਓ ਦੇਖਣ ਦੇ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਲਿੰਕ ਹੈ ਉਹਦੇ ਤੇ ਕਲਿੱਕ ਕਰਕੇ ਤੁਸੀਂ ਨੈਕਸਟ ਵੀਡੀਓ ਨੂੰ ਅਪਰੋਚ ਕਰ ਸਕਦੇ ਹੋ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।